ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਖੁਸ਼ਬੂ ਸੰਧੂ ਔਰ ਇੰਟਰਵਿਊ ਤੁਸੀਂ ਵੇਖ ਰਹੇ ਸੀ ਅਰਵਿੰਦ ਕੇਜਰੀਵਾਲ ਹੋਰਾਂ ਦਾ ਤੇ ਨਾਲ ਹੀ ਭਗਵੰਤ ਮਾਨ ਦਾ। ਸੋ ਪਹਿਲੀ ਵਾਰ ਸਟੇਜ ਤੇ ਦੋਵੇਂ ਇਕੱਠੇ ਨਜ਼ਰ ਆਏ ਨੇ ਕਿਉਂਕਿ ਹੁਣ ਭਗਵੰਤ ਮਾਨ ਨੂੰ ਸੀਐਮ ਚਿਹਰਾ ਆਮ ਆਦਮੀ ਪਾਰਟੀ ਨੇ ਐਲਾਨ ਦਿੱਤਾ ਔਰ ਇਸੇ ਵਿਚਕਾਰ ਇਸੇ ਤੋਂ ਹੀ ਵੱਡੀ ਖਬਰ ਆ ਰਹੀ ਹੈ। ਸੀਐਮ ਉਮੀਦਵਾਰ ਨੂੰ ਲਾੜਾ ਕਹਿਣ ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜਤਾਇਆ। ਨਿਊਜ਼ 18 ਤੇ ਭਗਵੰਤ ਮਾਨ ਬੋਲਦੇ ਹੋਏ ਨਜ਼ਰ ਆਏ ਨੇ ਕਿ ਅਸੀਂ ਕਿਸੇ ਦੇ ਘਰ ਢੁੱਕਣ ਨਹੀਂ ਜਾ ਰਹੇ। ਇਹ ਨਵਜੋਤ ਸਿੱਧੂ ਦੇ ਸ਼ਬਦ ਹੋ ਸਕਦੇ ਨੇ। ਸਾਡੇ ਲਈ ਪੰਜਾਬ ਨੂੰ ਬਚਾਉਣ ਦਾ ਸਵਾਲ ਹੈ। ਸੋ ਇਹ ਕਿਹਾ ਉਹਨਾਂ ਨੇ ਔਰ ਦੱਸਿਆ ਕਿ ਆਪਣੇ ਖਾਸ ਇੰਟਰਵਿਊ ਦੇ ਵਿੱਚ ਜਦੋਂ ਨਿਊਜ਼ 18 ਪੰਜਾਬ ਦੇ ਨਾਲ ਹੀ ਗੱਲਬਾਤ ਕੀਤੀ ਸੀ ਨਵਜੋਤ ਸਿੱਧੂ ਨੇ ਉਦੋਂ ਵੀ ਕਿਹਾ ਸੀ ਕਿ ਜਿਹੜੀ ਬਰਾਤ ਹੈ ਉਹ ਆ ਰਹੀ ਹੈ ਔਰ ਜਿਹੜੀ ਬਹੂ ਹੈ ਸੋ ਪਿੱਪਲ ਹੇਠਾਂ ਸੁੱਤੀ ਪਈ ਹੈ, ਯਾਨੀ ਕਿ ਲਾੜਾ ਕਰਾਰ ਦਿੱਤਾ ਗਿਆ ਸੀ ਸੀਐਮ ਚਿਹਰੇ ਨੂੰ। ਸੋ ਉਸ ਤੋਂ ਬਾਅਦ ਕਈ ਤਰ੍ਹਾਂ ਉਹਨਾਂ ਨੇ ਦੁਹਰਾਇਆ ਵੀ ਹੈ। ਸੋ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਾਨੂੰ ਇਸ ਸ਼ਬਦ ਤੇ ਇਤਰਾਜ਼ ਹੈ ਕਿ ਲਾੜਾ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਅਸੀਂ ਕਿਸੇ ਦੇ ਘਰੇ ਬਰਾਤ ਨਹੀਂ ਲੈ ਕੇ ਜਾ ਰਹੇ, ਅਸੀਂ ਕਿਸੇ ਦੇ ਘਰੇ ਟੁੱਕਣ ਨਹੀਂ ਜਾ ਰਹੇ ਕਿਉਂਕਿ ਜਦੋਂ ਬਰਾਤ ਟੁੱਕਦੀ ਹੈ ਸੋ ਉਸ ਨੂੰ ਕਿਹਾ ਜਾਂਦਾ ਕਿ ਇਸੇ ਘਰੇ ਟੁੱਕਣ ਨਹੀਂ ਜਾ ਰਹੇ। ਸੋ ਇਹ ਨਵਜੋਤ ਸਿੱਧੂ ਦੇ ਸ਼ਬਦ ਹੋ ਸਕਦੇ ਨੇ। ਸਾਡੇ ਲਈ ਪੰਜਾਬ ਨੂੰ ਬਚਾਉਣ ਦਾ ਸਵਾਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣਾ, ਪਹਿਲਾਂ ਵਾਲਾ ਪੰਜਾਬ ਵਾਪਸ ਲੈ ਕੇ ਆਉਣਾ, ਇਸ ਲਈ ਸਾਨੂੰ ਇਸ ਸ਼ਬਦ ਤੇ ਇਤਰਾਜ਼ ਹੈ। ਇਹ ਗੱਲ ਕਹੀ ਸੀ ਸਿੱਧੂ ਸਾਹਿਬ ਨੇ, ਮੈਂ ਉਸੇ ਦਿਨ ਹੀ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਕੋਈ ਲਾੜਾ ਜਾਂ ਬਰਾਤ ਨਹੀਂ, ਅਸੀਂ ਤਾਂ ਭੈਣ ਭਰਾ ਪੁੱਤ ਭਤੀਜੇ ਬਣ ਕੇ ਜਾਵਾਂਗੇ। ਇਹ ਕੋਈ ਅਸੀਂ ਕਿਸੇ ਦੇ ਘਰੇ ਢੁੱਕਣ ਥੋੜੀ ਚੱਲੇ ਆ, ਠੀਕ ਹੈ ਨਾ। ਇਹ ਉਹਨਾਂ ਦੀ ਲੈਂਗੁਏਜ ਹੋ ਸਕਦੀ ਹੈ ਵੀ ਜੀ ਸਾਡੀ ਬਰਾਤ ਤਿਆਰ ਹੈ, ਲਾੜਾ ਲੱਭਾਂਗੇ। ਮਤਲਬ ਕਿੱਥੇ ਜਾ ਰਹੇ ਹੋ ਤੁਸੀਂ? ਕੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਨੇ, ਪੰਜਾਬ ਦੇ ਚੁੱਲ੍ਹਿਆਂ ਦੀ ਬੁਝਦੀ ਹੋਈ ਅੱਗ ਬਚਾਉਣੀ ਹੈ, ਪੰਜਾਬ ਦੇ ਸਿਵਿਆਂ ਦੀ ਉੱਚੀਆਂ ਲਾਟਾਂ ਜਿਹੜੀਆਂ ਹੁੰਦੀਆਂ ਜਾਂਦੀਆਂ ਉਹ ਬੁਝਾਉਣੀ ਹੈ, ਪੰਜਾਬ ਦੇ ਨੌਜਵਾਨ ਨੂੰ ਜਿਹੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਜਾ ਰਿਹਾ ਉਹਨੂੰ ਇੱਥੇ ਹੀ ਰੋਕਣਾ ਹੈ, ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ। ਕੋਈ ਬਰਾਤ ਜਾਂ ਕੋਈ ਲਾੜਾ, ਇਹਨਾਂ ਗੱਲਾਂ ਦਾ ਮੈਂ ਖੰਡਨ ਕਰਦਾ। ਸੋ ਇਹ ਬਿਆਨ ਦਿੱਤਾ, ਯਾਨੀ ਕਿ ਜਵਾਬ ਦਿੱਤਾ ਸਵਾਲ ਦਾ ਭਗਵੰਤ ਮਾਨ ਨੇ। ਦਰਅਸਲ ਸੀਐਮ ਉਮੀਦਵਾਰ ਦੇ ਲਈ ਲਾੜਾ ਸ਼ਬਦ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਸਤੇਮਾਲ ਕੀਤਾ ਸੀ ਅਤੇ ਉਹ ਵਾਰ-ਵਾਰ ਸੀਐਮ ਕੈਂਡੀਡੇਟ ਨੂੰ ਲਾੜਾ ਬੋਲਦੇ ਆਏ ਨੇ। सीएम फेस के नाल जाना चाहिए, लोगों को पता लग जाए कि कौन सीएम होएगा, किस दा की किरदार है, लोगों को पता लगना चाहिए। पिछली बार आम आदमी पार्टी सीएम फेस नाल नहीं गई, हाँ ते सिद्धू ही कहंदा सी बरात तुतरू तुतरू कर दी, बहू पिपल थले सुती पई है, लाड़ा किथे हो तेरा? हाँ कहंदा सी कि नहीं सिद्धू? हाँ किथे तेरा लाड़ा? ते अदकी जो सानू पुछणगे ते जवाब जेड़ा डिसाइड करू वही दऊ। कांग्रेस दा लाड़ा किथे भाई हजे ते देखो मेरी गल सुनो, हजे ते कोई गल ही नहीं हुई, जदों डिसीजन ले जाणगे ते जवाब देंगे। देखो जिस दिन ये गल कही सी सिद्धू साहब ने, मैं उसे दिन ही इस गल का खंडन किया सी कि कोई लाड़ा या बरात नहीं, ਅਸੀਂ ਤਾਂ ਭੈਣ ਭਰਾ ਪੁੱਤ ਭਤੀਜੇ ਬਣ ਕੇ ਜਾਵਾਂਗੇ। ਇਹ ਕੋਈ ਅਸੀਂ ਕਿਸੇ ਦੇ ਘਰੇ ਢੁੱਕਣ ਥੋੜੀ ਚੱਲੇ ਆ, ਠੀਕ ਹੈ ਨਾ। ਇਹ ਉਹਨਾਂ ਦੀ ਲੈਂਗੁਏਜ ਹੋ ਸਕਦੀ ਹੈ ਵੀ ਜੀ ਸਾਡੀ ਬਰਾਤ ਤਿਆਰ ਹੈ, ਲਾੜਾ ਲੱਭਾਂਗੇ। ਮਤਲਬ ਕਿੱਥੇ ਜਾ ਰਹੇ ਹੋ ਤੁਸੀਂ? ਕੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਨੇ, ਪੰਜਾਬ ਦੇ ਚੁੱਲ੍ਹਿਆਂ ਦੀ ਬੁਝਦੀ ਹੋਈ ਅੱਗ ਬਚਾਉਣੀ ਹੈ, ਪੰਜਾਬ ਦੇ ਸਿਵਿਆਂ ਦੀ ਉੱਚੀਆਂ ਲਾਟਾਂ ਜਿਹੜੀਆਂ ਹੁੰਦੀਆਂ ਜਾਂਦੀਆਂ ਉਹ ਬੁਝਾਉਣੀ ਹੈ, ਪੰਜਾਬ ਦੇ ਨੌਜਵਾਨ ਨੂੰ ਜਿਹੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਜਾ ਰਿਹਾ ਉਹਨੂੰ ਇੱਥੇ ਹੀ ਰੋਕਣਾ ਹੈ, ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ। ਕੋਈ ਬਰਾਤ ਜਾਂ ਕੋਈ ਲਾੜਾ, ਇਹਨਾਂ ਗੱਲਾਂ ਦਾ ਮੈਂ ਖੰਡਨ ਕਰਦਾ। ਸੋ ਇਹ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਤੇ ਦੂਸਰੇ ਪਾਸੇ ਭਗਵੰਤ ਮਾਨ। ਉਧਰ ਸਿੱਧੂ ਤੋਂ ਬਾਅਦ ਬਾਕੀ ਕਾਂਗਰਸੀ ਵੀ ਸੀਐਮ ਉਮੀਦਵਾਰ ਨੂੰ ਲਾੜਾ ਕਹਿ ਕੇ ਸੰਬੋਧਨ ਕਰਨ ਲੱਗੇ ਨੇ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਮੁਤਾਬਿਕ ਕਾਂਗਰਸ ਕੋਲ ਲਾੜਿਆਂ ਦੀ ਕਮੀ ਨਹੀਂ ਹੈ, ਬੀਜੇਪੀ ਦੇ ਕੋਲ ਕਮੀ ਸੀ ਤਾਂ ਉਹ 80 ਸਾਲ ਦਾ ਲਾੜਾ ਕਾਂਗਰਸ ਤੋਂ ਲੈ ਗਏ। ਇਹ ਕੇਜਰੀਵਾਲ ਸਾਹਿਬ ਵੀ ਪੁੱਛਦੇ ਆ ਕਿ ਕਾਂਗਰਸ ਦਾ ਲਾੜਾ ਕਿਹੜਾ। ਅੱਜ ਸੁਖਬੀਰ ਬਾਦਲ ਵੀ ਪੁੱਛੀ ਜਾਂਦਾ ਕਿ ਕਾਂਗਰਸ ਦਾ ਲਾੜਾ ਕਿਹੜਾ, ਤੇ ਮੈਂ ਦੇਖ ਰਿਹਾ ਕਿ ਆ ਬੀਜੇਪੀ ਦਾ ਵੀ ਇੱਕ ਲੀਡਰ ਪੁੱਛੀ ਜਾਂਦਾ ਕਾਂਗਰਸ ਦਾ ਲਾੜਾ ਕਿਹੜਾ। ਮੈਂ ਇੱਕ ਗੱਲ ਕਹਿਣਾ ਚਾਹਾਂ ਵੀ ਕਾਂਗਰਸ ਦੇ ਲਾੜਿਆਂ ਦੀ ਕਮੀ ਨਹੀਂ, ਜਿਹਨੂੰ ਜਿਹੜਾ ਲਾੜਾ ਪਸੰਦ ਹੈ ਭੇਜਾਂਗੇ ਉਹਦੇ ਘਰ, ਚਿੰਤਾ ਨਾ ਕਰਿਓ ਭਾਈ ਸੱਜਣੋ। ਕਾਂਗਰਸ ਦੇ ਵਿੱਚ ਬਹੁਤ ਲਾੜੇ ਐ, ਇਲੈਕਸ਼ਨ ਹੋ ਲੈਂਦੇ ਹੋ, ਜਿਹੜਾ ਚੰਗਾ ਲੱਗੇ ਉਹ ਲਾੜਾ ਭੇਜ ਦਿਆਂਗੇ। ਇੱਥੇ ਲਾੜਿਆਂ ਦੀ ਕਮੀ ਭਾਈ, ਉਹਨਾਂ ਦੇ ਕੋਲ ਲਾੜਿਆਂ ਦੀ ਕਮੀ ਹੈ। ਆ ਸਾਡਾ 80 ਸਾਲ ਦਾ ਲਾੜਾ ਲੈ ਗਏ ਬੀਜੇਪੀ ਵਾਲੇ, ਉਹ ਲੱਭਣ ਡੇ, ਤੇ ਸਾਡੇ ਕੋਲ ਤੇ ਹਰ ਉਮਰ ਦਾ ਲਾੜਾ ਤੇ ਹਰ ਕੱਦ ਕਾਠ ਦਾ ਲਾੜਾ ਭਾਈ।
ਸੋ ਰਾਜਕੁਮਾਰ ਵੇਰਕਾ ਨੇ ਜ਼ਿਕਰ ਕੀਤਾ ਬੀਜੇਪੀ ਦਾ, ਤਾਂ ਅੱਗੇ ਵਧਾਂਗੇ ਔਰ ਬੀਜੇਪੀ ਦਾ ਜ਼ਿਕਰ ਕਰਾਂਗੇ। ਸੋ ਅੱਜ ਆ ਸਕਦੀ ਹੈ ਬੀਜੇਪੀ ਦੀ ਪਹਿਲੀ ਸੂਚੀ। ਜੀ ਹਾਂ, ਉਮੀਦਵਾਰਾਂ ਦੀ ਅਜੇ ਇੱਕ ਵੀ ਸੂਚੀ ਬੀਜੇਪੀ ਨੇ ਜਾਰੀ ਨਹੀਂ ਕੀਤੀ ਹੈ, ਤਾਂ ਪਹਿਲੀ ਸੂਚੀ ਅੱਜ ਆ ਸਕਦੀ ਹੈ। ਪਹਿਲੀ ਸੂਚੀ ਦੇ ਵਿੱਚ 30 ਤੋਂ 40 ਉਮੀਦਵਾਰਾਂ ਦਾ ਐਲਾਨ ਸੰਭਵ ਮੰਨਿਆ ਜਾ ਰਿਹਾ, ਤਾਂ ਲਿਸਟ ਦੇ ਵਿੱਚ ਪੁਰਾਣੇ ਦਿੱਗਜਾਂ ਦਾ ਵੀ ਨਾ ਹੋ ਸਕਦਾ। ਔਰ ਕੱਲ ਪੰਜਾਬ ਨੂੰ ਲੈ ਕੇ ਬੀਜੇਪੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵੀ ਹੋਈ ਸੀ। ਸੋ ਉਸ ਤੋਂ ਬਾਅਦ, ਹਾਲਾਂਕਿ ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ 20 ਤਰੀਕ ਨੂੰ ਜਿਹੜਾ ਐਲਾਨ ਹੈ ਉਹ ਬੀਜੇਪੀ ਉਮੀਦਵਾਰਾਂ ਦਾ ਕੀਤਾ ਜਾ ਸਕਦਾ, ਪਹਿਲੀ ਲਿਸਟ ਜਿਹੜੀ ਹੈ ਉਹ ਜਾਰੀ ਹੋ ਸਕਦੀ ਹੈ। ਸੋ ਅੱਜ ਕਿਸੇ ਵੇਲੇ ਵੀ ਬੀਜੇਪੀ ਦੀ ਪਹਿਲੀ ਸੂਚੀ ਜਿਹੜੀ ਹੈ ਉਹ ਜਾਰੀ ਹੋ ਸਕਦੀ ਹੈ ਔਰ ਉਸ ਦੇ ਵਿੱਚ 30 ਤੋਂ 40 ਉਮੀਦਵਾਰਾਂ ਦਾ ਨਾਂ ਸੰਭਵ ਮੰਨਿਆ ਜਾ ਰਿਹਾ, ਕਿਉਂਕਿ ਲਗਭਗ ਜੇਕਰ ਇਸ ਵੇਲੇ ਗੱਲ ਕੀਤੀ ਜਾਵੇ ਸਥਿਤੀ ਦੀ, ਤਾਂ ਸਾਰੀਆਂ ਪਾਰਟੀਆਂ ਆਪਣੇ ਸ਼ੁਰੂਆਤ ਦੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਚੁੱਕੀਆਂ ਨੇ। ਲਗਭਗ ਸਾਰੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਹਾਲਾਂਕਿ ਕੁਝ ਕੋ ਬਾਕੀ ਨੇ, ਪਰ ਬੀਜੇਪੀ ਦੇ ਵੱਲੋਂ ਜਿਹੜਾ ਹੈ ਹੁਣ ਸਭ ਤੋਂ ਅਖੀਰ ਦੇ ਵਿੱਚ ਪਹਿਲੀ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਜਾਵੇਗੀ। ਔਰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਗਰੁੱਪ ਦੇ ਨਾਲ ਮਿਲ ਕੇ ਬੀਜੇਪੀ ਦੇ ਵੱਲੋਂ ਇਹ ਚੋਣ ਲੜੀ ਜਾਣੀ ਹੈ। ਸੋ 30 ਤੋਂ 40 ਉਮੀਦਵਾਰ ਹੋ ਸਕਦਾ ਹੈ ਕਿ ਅੱਜ ਇਹ ਸੂਚੀ ਜਿਹੜੀ ਹੈ ਜਾਰੀ ਕੀਤੀ ਜਾਵੇ ਔਰ ਕਿਹੜੇ ਸੀਟ ਤੇ ਕਿਹੜੇ ਉਮੀਦਵਾਰ ਐਲਾਨੇ ਜਾਣਗੇ, ਇਹ ਵਾਕਈ ਦਿਲਚਸਪ ਹੋਵੇਗਾ ਬੀਜੇਪੀ ਦੇ ਲਈ ਵੀ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜਦੀ ਰਹੀ ਹੈ, ਤਾਂ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਗਰੁੱਪ ਦੇ ਨਾਲ ਚੋਣ ਲੜੀ ਜਾਵੇਗੀ। ਸੋ ਹੁਣ ਇੱਕ ਵਾਰ ਕੋਖ ਕਰਦੇ ਆ, ਯਾਨੀ ਕਿ ਪੜਚੋਲ ਕਰਦੇ ਆ ਕਿ ਭਾਜਪਾ ਜਿਹੜੀ ਹੈ ਕਿਸ ਕਿਸ ਨੂੰ ਟਿਕਟ ਦੇ ਸਕਦੀ ਹੈ, ਯਾਨੀ ਕਿ ਕਿਹੜੇ ਦਿੱਗਜ ਜਿਹੜੇ ਨੇ ਉਹ ਸਾਨੂੰ ਨਜ਼ਰ ਆਉਣਗੇ ਉਮੀਦਵਾਰਾਂ ਦੇ ਰੂਪ ਦੇ ਵਿੱਚ। ਸੋ ਭਾਜਪਾ ਦੇ ਕਈ ਦਿੱਗਜ ਪਰਿਵਾਰਾਂ ਦੇ ਲਈ ਵੋਟ ਮੰਗ ਰਹੇ ਨੇ। ਵਿਜੇ ਸਾਂਪਲਾ ਤੇ ਸੋਮ ਪ੍ਰਕਾਸ਼ ਵੀ ਪਰਿਵਾਰ ਦੇ ਲਈ ਜਿਹੜੀ ਹੈ ਟਿਕਟ ਮੰਗ ਰਹੇ ਨੇ, ਤਾਂ ਪਾਰਟੀ ਦੀ ਦੋ ਟੂਕ ਜਿਹੜੀ ਹੈ ਸਾਹਮਣੇ ਆਈ ਹੈ। ਸੋ ਪਹਿਲਾਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾਣ ਤਾਂ ਵੱਡੇ ਅਹੁਦਿਆਂ ਵਾਲੇ ਆਗੂਆਂ ਦੇ ਪਰਿਵਾਰਾਂ ਨੂੰ ਟਿਕਟ ਨਹੀਂ ਹੋਵੇਗੀ। ਸੋ ਦੱਸ ਦਈਏ ਕਿ ਵਿਜੇ ਸਾਂਪਲਾ ਉਹਨਾਂ ਦੇ ਬੇਟੇ ਦੇ ਵੱਲੋਂ ਜਿਹੜਾ ਉਹ ਵੀ ਚੋਣ ਲੜਨ ਨੂੰ ਲੈ ਕੇ ਦਿਲਚਸਪੀ ਦਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੋਮ ਪ੍ਰਕਾਸ਼ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਰਿਵਾਰ ਦੇ ਲਈ ਟਿਕਟ ਮੰਗ ਰਹੇ ਨੇ। ਸੋ ਉਸ ਤੋਂ ਬਾਅਦ ਜੇਕਰ ਪਾਰਟੀ ਦੀ ਗੱਲ, ਕਿਉਂਕਿ ਬੀਜੇਪੀ ਦੇ ਕਲਚਰ ਦੀ ਗੱਲ ਕੀਤੀ ਜਾਵੇ ਜਾਂ ਬੀਜੇਪੀ ਪਾਰਟੀ ਦੀ ਹਮੇਸ਼ਾ ਤੋਂ ਦਸਤੂਰ ਦੀ ਗੱਲ ਕੀਤੀ ਜਾਵੇ, ਰੀਤ ਦੀ ਗੱਲ ਕੀਤੀ ਜਾਵੇ, ਤਾਂ ਇਸ ਅਜਿਹੀ ਪਾਰਟੀ ਹੈ ਕਿ ਜਿਸ ਤੇ ਕਿਸੇ ਨੂੰ ਵੀ ਯਾਨੀ ਕਿ ਖਾਸ ਅਹਿਮੀਅਤ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ। ਜੋ ਪਾਰਟੀ ਦਾ ਹੁਕਮ ਹੁੰਦਾ ਉਸੇ ਮੁਤਾਬਿਕ ਸਾਰੇ ਹੀ ਉੱਪਰ ਤੋਂ ਲੈ ਕੇ ਹੇਠਲੇ ਵਰਕਰ ਤੱਕ ਕੰਮ ਕਰਦੇ ਨੇ ਲੋਕ, ਔਰ ਖੁਦ ਜਿਹੜੇ ਦਿੱਗਜ ਨੇ, ਜੋ ਆਗੂ ਨੇ ਬੀਜੇਪੀ ਦੇ, ਉਹ ਹਮੇਸ਼ਾ ਖੜਦੇ ਨੇ। ਸੋ ਪੱਤਰਕਾਰ ਮਨੋਜ ਕੁਮਾਰ ਨੇ ਸਾਡੇ ਨਾਲ ਫੋਨ ਲਾਈਨ ਤੇ ਕੀ ਕੁਝ ਜਾਣਕਾਰੀ ਹੈ, ਅਗਰ ਮਨੋਜ ਗੱਲ ਕੀਤੀ ਜਾਵੇ ਖਾਸ ਤੌਰ ਤੇ ਜੇਕਰ ਦਿੱਗਜਾਂ ਦੇ ਪਰਿਵਾਰਾਂ ਦੇ ਲਈ ਟਿਕਟ ਦੀ ਮੰਗਦੀ ਹੈ। देखिए, पंजाब बीजेपी के बड़े जो चेहरे हैं, बड़े जो नेता हैं, जो चाहे सेंटर में मिनिस्टर है या कोई चेयरमैन है, विजय सांपला की बात कर ले या सोम प्रकाश की बात कर ले, मंत्री हैं केंद्र में, ऐसे बड़े तमाम नेता बीजेपी के जो है वो टिकट मांग रहे हैं विधानसभा चुनाव के लिए। अपने परिवार में कोई अपने बेटे के लिए या परिवार में किसी के लिए टिकट मांग रहा है और इनको बिल्कुल साफ एकदम क्लियर कट मैसेज हाईकमान ने दे दिया है कि जो भी व्यक्ति, चाहे वो सरकार में शामिल है या किसी बड़े पद पर है, ऐसे किसी व्यक्ति के परिवार में टिकट बिल्कुल भी नहीं दी जाएगी। अगर उनको टिकट चाहिए तो फिर पहले उनको रिजाइन करना पड़ेगा, यानी कि एक परिवार में जो सरकारी पद पर है या सरकार में है उनको परिवार में टिकट नहीं दी जाएगी। और ये मान के चलिए कि जो बीजेपी के उम्मीदवारों का इंतजार हो रहा है वो शायद उसमें एक बड़ा कारण ये भी हो सकता है। ठीक है मनोज, तमाम जानकारी के लिए धन्यवाद, शुक्रिया। तो साफ तौर पे मान साहब पूरे पंजाब में घूम घूम कर कैंपेन कर रहे हैं, लोगों के बीच जा रहे हैं। पंजाब के लोग मान साहब को देखना चाहते हैं, सुनना चाहते हैं, उनके साथ सेल्फी खिंचवाना चाहते हैं। और मान साहब हमेशा से लोगों के बीच रहने, लोगों के बीच सारा समय बिताने, लोगों के बीच विचरने के लिए जाने जाते हैं। तो मान साहब लोगों के बीच हैं, मैं आपके कैमरे के सामने हूं। देखिए, हर इलेक्शन की अपनी एक पॉलिटिकल स्ट्रैटेजी होती है और एक रणनीति के तहत, एक स्ट्रैटेजी के तहत हमने इस हलके को चुना है। ये मान साहब का अपना हलका है, मान साहब के लोकसभा हलके में आता है। नहीं, मान साहब पूरे पंजाब में कहीं से भी लड़ेंगे तो जीतेंगे। पूरी पंजाब की आवाम मान साहब से बेशुमार मोहब्बत करती है, लेकिन ये हमारी पॉलिटिकल स्ट्रैटेजी है, हमारी रणनीति है। हम नहीं चाहते कि मान साहब को हम एक सीट पे लिमिट कर दें, उनकी सारी एनर्जी, सारे समय उनका एक सीट पे जाए। मान साहब पूरे पंजाब भर में कैंपेन करेंगे, माझे में करेंगे, द्वाबे में करेंगे, मालवे में करेंगे। तो मान साहब एक पैन पंजाब लीडर हैं और आम आदमी पार्टी उनके समय का
बड़े सोच समझ के इस्तेमाल करना चाहती है। मौजूदा विधायक है वहाँ के दलवीर गोल्डी, कैसे उसको देखते हैं? कंपटीशन किसके पास में, कौन सी पार्टी के पास में? देखिए, मान साहब के लिए मुझे नहीं लगता कि कोई भी कंपटीशन है। धूरी हल्का वो हल्का है जो 2014 में भी लोकसभा में भी मान साहब जीते। जब लोकसभा में उनके सारे हलकों का अगर आप असेंबली कंस्टिट्यूएंसीज के आंकड़े उठाकर देखें तो 14 में भी जीते, 19 में भी जीते। और मान साहब आज उस शख्सियत, उस उम्मीद का नाम है जो पंजाब के 117 हलकों में से कहीं से भी लड़ते तो वो जीतते। और आज मान साहब को पंजाब के लोगों ने, खास करके धूरी के लोगों ने बड़े प्यार से और बड़े आदर सत्कार से उनसे दरख्वास्त कर कर कहा कि आप हमारे हलके से लड़ें। तो मान साहब ने यह फैसला लिया, पार्टी ने यह फैसला लिया कि मान साहब को मैदान में धूरी हलके से उतारा जाए। बताएं, पहले ये वाला कर लें सर। आम आदमी पार्टी is hopeful to have alliance with the third front at the national level. आम आदमी यार पंजाब इलेक्शन की बात हो रही है, आप कहां थर्ड फ्रंट पे पहुंच गए? वी आर, दिस इज अ हाइपोथेटिकल क्वेश्चन। I don't have an answer to this. It's a hypothetical question. ਤੁਸੀਂ ਜਦੋਂ ਓਪਨਿੰਗ ਕੀਤੀ ਤੁਸੀਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ, एक वोट केजरीवाल लो, व्हाई नॉट भगवंत मान? वो भी है, वो तो है ही, वो तो चेहरा है हमारे इलेक्शन। मान साहब तो हमारे इलेक्शन का चेहरा है, पर पंजाब का, पंजाब के एक एक इंसान के दिल में बसते हैं अरविंद केजरीवाल। पंजाब के लोग अरविंद केजरीवाल से बेशुमार मोहब्बत करते हैं। आज पंजाब में अरविंद केजरीवाल और भगवंत मान की ये जो जोड़ी है, ये 1 और 1 2 नहीं, 1 और 1 11 साबित होगी। इसीलिए पंजाब के लोग जहां जाते हैं, मैं अपनी बात नहीं कर रहा, मैं अपनी जबान नहीं कह रहा, लोगों के बीच जाकर आप सुनिए, लोग कहते हैं एक मौका केजरीवाल को, एक मौका भगवंत मान को, एक मौका झाड़ू को, एक मौका आम आदमी पार्टी को। और 2015 से 2021 तक 6 साल आम आदमी पार्टी ने जो एक केजरीवाल मॉडल ऑफ गवर्नेंस दिल्ली में दिखाया है, जिसके बारे में पंजाब के लोग जानते हैं, आज उस मॉडल को लोग देखना चाहते हैं, समझना चाहते हैं, परखना चाहते हैं। इसीलिए मैं कहता हूं, पंजाब के लोग कह रहे हैं एक मौका केजरीवाल को, एक मौका झाड़ू को, एक मौका आम आदमी पार्टी। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇ। ਬ੍ਰਹਮ ਇੰਦਰਾ ਨੇ ਓਪਨ ਲੈਟਰ ਲਿਖਿਆ ਹੈਗਾ ਹਾਈ ਕਮਾਂਡ। मैं क्या कह सकता हूं इसमें? ਰਾਘਵ मुझे लगता है कि ਜੀ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਿੱਚ ਕੇਜਰੀਵਾਲ ਸਾਹਿਬ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ, ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਰੱਦ ਕਰਨ ਤੇ ਜਿਹੜੇ ਪੰਜਾਬ ਦੇ ਲੋਕ ਨੇ ਬਹੁਤ ਦੁਖੀ ਨੇ। लोग मांग उस पर अलग से आपसे बात करेंगे, जवाब देंगे उस पर, अभी देंगे। हाँ, मैं बता रहा हूं 2 चीजें, मैं 2 चीजें बता रहा हूं। फ्रंट की बात कर रहे हैं, रुक जा 2 मिनट तो रुक जा। एक तो ये मेरा मानना है, आज के समय मुझे लगता है कि 2022 के पंजाब इलेक्शन में सिर्फ एक ही पार्टी है जो अपने सीएम चेहरे, सीएम कैंडिडेट की अनाउंसमेंट करके ये इलेक्शन लड़ेगी। ना अकाली दल कर रहा है, कांग्रेस तो किसी हालत में नहीं कर सकती, आपस में लड़ाइयां चल रही हैं कांग्रेस पार्टी में। बीजेपी और कैप्टन दौड़ में ही नहीं है, वो भी नहीं कर रहे। यहां तक कि एसएसएम भी ऑफिशियल अनाउंसमेंट, औपचारिक घोषणा सीएम चेहरे की नहीं करने जा रहे। सिर्फ एक ही पार्टी है जो 2022 के इलेक्शन में अपना सीएम चेहरे का नाम ऐलान कर लड़ने जा रही है, वो है आम आदमी पार्टी। जहां तक और सवालों की बात है, नेशनल फ्रंट 24 में इलेक्शन है, आज 22 में पंजाब का इलेक्शन, पहले आम आदमी पार्टी को जीतने दीजिए, उसके बाद मैं 24 के जवाब दूंगा। मैं आज कैसे जवाब दे दूंगा? ਸੋ ਰਾਘਵ ਚੱਡਾ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਭਗਵੰਤ ਮਾਨ ਜਿਹੜਾ ਹੈ ਉਹਨਾਂ ਨੇ ਚਿਹਰਾ ਐਲਾਨਿਆ ਤਾਂ ਆਮ ਆਦਮੀ ਪਾਰਟੀ ਸਿਰਫ ਇਕਲੌਤੀ ਪਾਰਟੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਸੀਐਮ ਦਾ ਚਿਹਰਾ ਐਲਾਨ ਕਰਕੇ ਅੱਗੇ ਜਾਇਆ ਜਾਵੇਗਾ। ਸੋ ਵੱਖੋ-ਵੱਖ ਮੁੱਦਿਆਂ ਨੂੰ ਲੈ ਕੇ ਰਾਘਵ ਚੱਡਾ ਦੇ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਵਿੱਚ। ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਔਰ ਜਲਦੀ ਵਾਪਸ ਆਵਾਂਗੇ।
ਅਸੀਂ ਬਾਕੀ 4 ਸੀਟਾਂ ਪਈਆਂ ਉਹਨਾਂ ਸਾਰਿਆਂ ਦਾ ਜਲਦੀ ਫੈਸਲਾ ਹੋ ਜਾਣਾ। ਸੁਖਬੀਰ ਸਿੰਘ ਬਾਦਲ ਆਖਰ ਕਿਸ ਸਹੀ ਸਮੇਂ ਦੀ ਗੱਲ ਕਰ ਰਹੇ ਨੇ ਕਿ ਮਜੀਠੀਆ ਨੂੰ ਚੋਣ ਮਾਹੌਲ ਦੇ ਹਿਸਾਬ ਦੇ ਨਾਲ ਨਫਾ ਨੁਕਸਾਨ ਵੇਖ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਜਾਂ ਫਿਰ ਅਕਾਲੀ ਦਲ ਕਿਸੇ ਹੋਰ ਰਣਨੀਤੀ ਤੇ ਕੰਮ ਕਰ ਰਿਹਾ ਹੈ। ਉਧਰ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸਿਫਾਰਿਸ਼ ਕਰਕੇ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਜੇਕਰ ਤਿੰਨੋਂ ਦਿੱਗਜ ਆਮੋ ਸਾਹਮਣੇ ਇੱਕ ਸੀਟ ਤੇ ਹੋਣਗੇ ਤਾਂ ਮੁਕਾਬਲਾ ਗਿਆਗੱਚ ਹੋਵੇਗਾ ਅਤੇ ਇਨ੍ਹਾਂ ਆਗੂਆਂ ਦੀ ਹਾਰ ਜਿੱਤ ਭਵਿੱਖ ਦੇ ਕਈ ਸਿਆਸੀ ਸਮੀਕਰਨ ਬਦਲੇਗੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਨਿਊਜ਼ 18। ਤੇ ਹੁਣ ਸਵਾਲ ਇਹ ਹੈ ਕਿ ਜੇਕਰ ਅੰਮ੍ਰਿਤਸਰ ਪੂਰਬੀ ਸੀਟ ਦੇ ਉੱਤੇ ਸਿੱਧੂ, ਮਜੀਠੀਆ ਤੇ ਕੈਪਟਨ ਦਾ ਪੇਚਾ ਪੈ ਗਿਆ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਹੋ ਸਕਦਾ ਹੈ। ਇੱਕ ਗੱਲ ਤਾਂ ਤੈਅ ਹੈ ਕਿ ਜਿੱਤ ਹਾਰ ਦੇ ਫੈਸਲੇ ਦੇ ਨਾਲ ਤਿੰਨੋਂ ਆਗੂਆਂ ਦਾ ਸਿਆਸੀ ਭਵਿੱਖ ਦੇ ਉੱਤੇ ਵੱਡਾ ਅਸਰ ਵੇਖਣ ਨੂੰ ਮਿਲ ਸਕੇਗਾ। ਇਹ ਪੰਜਾਬ ਦੀ ਸਿਆਸਤ ਦੇ ਉਹ ਚਿਹਰੇ ਨੇ ਜਿਨ੍ਹਾਂ ਦਾ ਹਰ ਇੱਕ ਬਿਆਨ ਸੂਬੇ ਦੀ ਸਿਆਸਤ ਤੇ ਵੱਡਾ ਅਸਰ ਪਾਉਂਦਾ ਹੈ। ਸਿੱਧੂ, ਮਜੀਠੀਆ ਤੇ ਕੈਪਟਨ ਦੇ ਵਿਚਾਲੇ ਸਿਆਸੀ ਖਾਰ ਸਿਆਸਤ ਤੋਂ ਕਾਫੀ ਅੱਗੇ ਨਿਕਲ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੇ ਲਈ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀਆਂ ਸਿਫਾਰਿਸ਼ਾਂ ਹੋ ਰਹੀਆਂ ਨੇ। ਮਾਹੌਲ ਗਰਮ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਵਰਕਰਾਂ ਦੀ ਸਿਫਾਰਿਸ਼ ਤੇ ਵਿਚਾਰ ਕਰ ਰਹੇ ਨੇ। ਜੇਕਰ ਪਾਰਟੀ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਮਜੀਠੀਆ 2 ਹਲਕਿਆਂ ਤੋਂ ਚੋਣ ਲੜ ਸਕਦੇ ਨੇ। ਪਰ ਵੱਡਾ ਸਵਾਲ ਇਹੀ ਹੈ ਕਿ ਕੀ ਪਾਰਟੀ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰੇਗੀ। ਇਸ ਨਾਲ ਮਜੀਠੀਆ ਦਾ ਕੱਦ ਅਕਾਲੀ ਦਲ ਦੇ ਵਿੱਚ ਹੋਰ ਵੱਡਾ ਹੋ ਜਾਵੇਗਾ। ਦੂਜਾ, ਜੇਕਰ ਮਜੀਠੀਆ ਜਿੱਤ ਜਾਂਦੇ ਨੇ ਤਾਂ ਅਕਾਲੀ ਦਲ ਦੀ ਭਵਿੱਖ ਦੀ ਸਿਆਸਤ ਵਿੱਚ ਮਜੀਠੀਆ ਦੀ ਅਹਿਮ ਭੂਮਿਕਾ ਹੋਵੇਗੀ। ਇਸ ਤੋਂ ਇਲਾਵਾ ਮਜੀਠੀਆ ਸਿੱਧੂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਨਵਜੋਤ ਭੇਡ ਸਭਾ ਹਰ ਰੋਕ ਦਫਾ। इस न्यूज हेडलाइंस के प्रायोजक पेट सफा आयुर्वेदिक जून। पेट सफा हर रोग दफा। ਸਿੰਘ ਸਿੱਧੂ ਦਾ ਜ਼ਿਆਦਾ ਧਿਆਨ ਆਪਣੀ ਸੀਟ ਤੇ ਲੱਗ ਜਾਵੇਗਾ ਤੇ ਉਹ ਪੂਰੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਸ਼ਾਇਦ ਖੁੱਲ੍ਹ ਕੇ ਪ੍ਰਚਾਰ ਨਾ ਕਰ ਸਕਣ। ਇਹ ਉਹ ਸਵਾਲ ਨੇ ਜਿਨ੍ਹਾਂ ਦੇ ਨਫੇ ਨੁਕਸਾਨ ਵੇਖਣ ਤੋਂ ਬਾਅਦ ਸੁਖਬੀਰ ਬਾਦਲ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰਨ ਦਾ ਫੈਸਲਾ ਕਰ ਸਕਦੇ ਨੇ। ਜਿੱਥੋਂ ਤੱਕ ਗੱਲ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੂ ਖਿਲਾਫ ਚੋਣ ਲੜਨ ਦੀ, ਤਾਂ ਉਹਨਾਂ ਨੇ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਪਰ ਜੇਕਰ ਕੈਪਟਨ ਗੱਠਜੋੜ ਦੀ ਰਣਨੀਤੀ ਦੇ ਹਿਸਾਬ ਦੇ ਨਾਲ ਸਿੱਧੂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਨਗੇ ਤਾਂ ਇਸ ਫੈਸਲੇ ਨੂੰ ਦਬਾਅ ਦੀ ਰਣਨੀਤੀ ਦੇ ਨਾਲ ਦੇਖਿਆ ਜਾਵੇਗਾ। ਕੈਪਟਨ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਪਹਿਲਾਂ ਵੀ ਇਸ ਰਣਨੀਤੀ ਤੇ ਕੰਮ ਕਰ ਚੁੱਕੇ ਨੇ। ਸੋਨੀਆ ਗਾਂਧੀ ਦੇ ਕਹਿਣ ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਨੇ ਬੀਜੇਪੀ ਦੇ ਦਿੱਗਜ ਆਗੂ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹੀ ਹਰਾਇਆ ਸੀ। ਉਸ ਤੋਂ ਬਾਅਦ ਕੈਪਟਨ ਦਾ ਕਾਂਗਰਸ ਦੇ ਵਿੱਚ ਕੱਦ ਹੋਰ ਵਧਿਆ ਸੀ। ਪਹਿਲਾਂ ਉਹਨਾਂ ਨੂੰ ਸੂਬਾ ਪ੍ਰਧਾਨਗੀ ਮਿਲੀ ਅਤੇ ਫਿਰ ਸੀਐਮ ਦੀ ਕੁਰਸੀ। ਪਰ ਸਿੱਧੂ ਦੇ ਮਾਮਲੇ ਵਿੱਚ ਸਮੀਕਰਨ ਵੱਖਰੇ ਨੇ ਕਿਉਂਕਿ ਅੰਮ੍ਰਿਤਸਰ ਪੂਰਬੀ ਸਿੱਧੂ ਦਾ ਹਲਕਾ ਹੈ। ਸਿੱਧੂ ਜੋੜਾ ਇੱਥੋਂ 2 ਵਾਰ ਵਿਧਾਨ ਸਭਾ ਦੀ ਚੋਣ ਜਿੱਤ ਚੁੱਕਿਆ ਹੈ। 2004 ਤੋਂ ਹੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਹਲਕੇ ਦੇ ਵਿੱਚ ਸਰਗਰਮ ਨੇ। ਪਰ ਇੱਕ ਗੱਲ ਤੈਅ ਹੈ ਕਿ ਜੇਕਰ ਮੁਕਾਬਲਾ ਸਿੱਧੂ ਬਨਾਮ ਕੈਪਟਨ ਬਨਾਮ ਮਜੀਠੀਆ ਹੁੰਦਾ ਹੈ ਤਾਂ ਇਹ ਦਿਲਚਸਪ ਮੁਕਾਬਲਾ ਹੋਵੇਗਾ। ਤੇ ਜੇਕਰ ਸਿੱਧੂ ਮਜੀਠੀਆ ਜਾਂ ਫਿਰ ਕੈਪਟਨ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਤਾਂ ਨਾ ਸਿਰਫ ਪਾਰਟੀ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਵੀ ਸਿੱਧੂ ਦੀ ਪਹਿਚਾਣ ਇੱਕ ਵੱਡੇ ਆਗੂ ਦੇ ਵਜੋਂ ਹੋਵੇਗੀ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਗੱਲ ਸਿਆਸੀ ਇਲਜ਼ਾਮ ਤਰਾਸ਼ੀਆਂ ਦੀ। ਮੁੱਖ ਮੰਤਰੀ ਚੰਨੀ ਨੇ ਕੇਂਦਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਮੁਲਜ਼ਮਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਸੀਐਮ ਨੇ ਕਿਹਾ ਕਿ ਰੇਡ ਮਾਰਨ ਆਏ ਈਡੀ ਦੇ ਅਫਸਰਾਂ ਨੇ ਜਾਂਦਿਆਂ ਹੋਇਆਂ ਕਿਹਾ ਕਿ ਫਿਰੋਜ਼ਪੁਰ ਫੇਰੀ ਨੂੰ ਯਾਦ ਰੱਖਣਾ।
ਮੁੱਖ ਮੰਤਰੀ ਚੰਨੀ ਨੇ ਈਡੀ ਰੇਡ ਦਾ ਕਨੈਕਸ਼ਨ ਪ੍ਰਧਾਨ ਮੰਤਰੀ ਫੇਰੀ ਨਾਲ ਜੋੜ ਦਿੱਤਾ ਹੈ। ਮੁੱਖ ਮੰਤਰੀ ਨੇ ਇਲਜ਼ਾਮ ਲਾਏ ਨੇ ਕਿ ਕੇਂਦਰ ਸਰਕਾਰ ਮੁਲਜ਼ਮਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਫਸਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਮੁਤਾਬਕ 2018 ਵਿੱਚ ਹੋਈ FIR ਵਿੱਚ ਉਹਨਾਂ ਦੇ ਭਾਂਜੇ ਦਾ ਨਾਮ ਹੀ ਨਹੀਂ ਹੈ। ਪ੍ਰਾਈਮ ਮਿਨਿਸਟਰ ਸਾਹਿਬ ਫਿਰੋਜ਼ਪੁਰ ਚ ਆਏ, ਉਹਨਾਂ ਦੀਆਂ ਰੈਲੀ ਤੇ ਜਾਣਾ ਸੀ, ਕੁਰਸੀਆਂ ਖਾਲੀ ਸੀ, ਵਾਪਸ ਮੁੰਡਾ ਪਿਆ, ਮੇਰਾ ਕੀ ਕਸੂਰ ਹੈ? ਆ 2018 ਦੀ FIR ਹੈ, ਉਹਦੇ ਘਰ ਰੇਡ ਕੀਤੀ। ਇਹ FIR 'ਚ ਮੇਰੇ ਭਾਣਜੇ ਦਾ ਕੋਈ ਨਾਮ ਨਹੀਂ।